ਸ਼ਾਦੀ ਨੂੰ 5 ਸਾਲ ਹੋ ਗਏ, ਉਹ IVF ਕਰਾਉਣਾ ਚਾਹੁੰਦੇ। ਜਦੋਂ ਆਪਾਂ ਹਿਸਟਰੀ ਲੈਂਦੇ ਨੇ, ਉਹ ਇਕੱਠੇ ਸਿਰਫ 3-4 ਮਹੀਨੇ ਤੋਂ ਰਹਿ ਰਹੇ ਨੇ। ਉਸ ਤੋਂ ਪਹਿਲਾਂ ਹਸਬੈਂਡ ਬਾਹਰ ਸੀ ਤੇ ਵਾਈਫ ਇੱਥੇ ਸੀ। ਓਕੇ, ਆਹ ਇੱਕ ਸਹੀ ਇੰਡੀਕੇਸ਼ਨ ਨਹੀਂ ਹੈਗਾ IVF ਦਾ। ਕੀ ਮੈਡੀਸਿਨਸ ਨਾਲ ਵੀ ਇਹ ਪ੍ਰੋਬਲਮ ਕਿਸੇ ਹੱਦ ਤੱਕ ਠੀਕ ਕੀਤੀ ਜਾ ਸਕਦੀ ਹੈ? IVF ਇੱਕ ਕਾਮਨ ਪ੍ਰੋਸੀਜਰ ਹੈਗਾ ਅਤੇ ਕਈ ਪੇਸ਼ੈਂਟ ਆਉਂਦੇ ਹੈ ਸਾਡੇ ਕੋਲ ਜਿਨ੍ਹਾਂ ਦੇ ਫੋਰ ਐਗਜ਼ਾਮਪਲ ਨਿਲ ਸਪਰਮਸ ਹੁੰਦੇ ਹੈਗੇ, ਉਹਨਾਂ ਦਾ IVF ਨਹੀਂ ਕਰ ਸਕਦੇ ਆਪਾਂ। ਉਹ ਦਵਾਈਆਂ ਲਈ ਜਾ ਰਹੇ ਨੇ, ਟ੍ਰੀਟਮੈਂਟ ਕਰੀ ਜਾ ਰਹੇ ਨੇ, ਬਟ ਜਦੋਂ ਤੱਕ ਕਾਰਨ ਨਹੀਂ ਪਤਾ ਚੱਲੂਗਾ ਤਾਂ ਸਹੀ ਇਲਾਜ ਕਿੰਜ ਹੋਵੇਗਾ। ਬਹੁਤ ਸਾਰੇ ਲੋਕਾਂ ਦੇ ਵਿਊਜ਼ ਸੀਗੇ ਕਿ ਪੇਨਫੁਲ ਬਹੁਤ ਹੁੰਦਾ IVF, ਹੈ ਕੁਛ ਇਦਾਂ ਦਾ? अगर किसी लेडी की जैसे ट्यूबे बंद है, इसमें 2 ही ऑप्शन है, या तो सर्जरी तो ट्यूबा खोल लेवा आपा, या फिर IVF करांगा। ਆਪਾਂ ਕਹਿੰਦੇ ਨੇ ਕਿ ਹਜੇ ਤੁਹਾਨੂੰ 1 ਸਾਲ ਹੋਇਆ ਹੈਗਾ ਸ਼ਾਦੀ ਦਾ, ਤੁਸੀਂ ਨੈਚੁਰਲ ਟਰਾਈ ਕਰ ਲਿਓ। ਉਹ ਕਹਿੰਦੇ ਨੇ ਕਿ ਨਹੀਂ, ਸਾਨੂੰ IVF ਹੀ ਚਾਹੀਦਾ ਹੈਗਾ। ਸਕਸੈਸ ਰੇਟ ਕਿੰਨਾ ਕੁ ਰਹਿੰਦਾ ਇਹਦਾ? IVF ਤੇ ਨਾਰਮਲ ਪ੍ਰੈਗਨੈਂਸੀ ਦੇ ਵਿੱਚ ਕੋਈ ਫਰਕ ਨਹੀਂ ਹੈਗਾ, ਮਤਲਬ ਇਟਸ ਦ ਸੇਮ ਥਿੰਗ। ਜਦੋਂ IVF ਤੁਸੀਂ ਸ਼ੁਰੂ ਕਰ ਦਿੰਦੇ ਹੋ, ਕਿਹੜੀਆਂ ਗੱਲਾਂ ਮੈਟਰ ਕਰਦੀਆਂ ਨੇ? ਟਾਈਮ ਨਹੀਂ ਵੇਸਟ ਕਰਨਾ ਚਾਹੀਦਾ ਹੈਗਾ। ਬਿਲਕੁਲ, ਕਿ ਟਾਈਮ ਬਹੁਤ ਪ੍ਰੈਸ਼ੀਅਸ ਹੈਗਾ ਤੇ ਟਾਈਮ ਨਾ ਵੇਸਟ ਕਰੋ, ਜਲਦੀ ਛੇਤੀ ਤੋਂ ਛੇਤੀ ਇਲਾਜ ਕਰਾਓ। ਇੰਜ ਨਹੀਂ ਕਿ ਤੁਸੀਂ ਅਗਲੇ ਦਿਨ ਕੰਮ ਨਹੀਂ ਕਰ ਸਕਦੇ ਜੀ, ਤੁਹਾਨੂੰ ਸ਼ਾਮ ਨੂੰ ਦਰਦ ਹੋਵੇਗਾ। ਇੱਕ ਇੰਜੈਕਸ਼ਨ ਲਾਉਣ ਦਾ ਜਿੰਨਾ ਦਰਦ ਹੁੰਦਾ ਹੈਗਾ, ਉਨਾ ਹੀ ਦਰਦ ਇੱਕ ਨਾਰਮਲ IVF ਦੇ ਵਿੱਚ ਹੁੰਦਾ ਹੈਗਾ। ਤੁਸੀਂ ਜੁੜੇ ਹੋ ਨਿਰਪੱਖ ਪੋਸਟ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਰਾਜਵਿੰਦਰ ਕੌਰ। ਜਦੋਂ ਵੀ ਕੋਈ ਬਿਮਾਰ ਹੁੰਦਾ ਹੈ ਤਾਂ ਸਾਡੀ ਹੋਪ ਸਭ ਤੋਂ ਜ਼ਿਆਦਾ ਇੱਕ ਡਾਕਟਰ ਹੁੰਦਾ ਹੈ। ਜਦੋਂ ਅਸੀਂ ਹਸਪੀਟਲ ਦੇ ਵਿੱਚ ਪਹੁੰਚਦੇ ਹਾਂ ਤਾਂ ਸਾਡੇ ਵਿੱਚ ਇੱਕ ਪੋਜ਼ਿਟਿਵਿਟੀ ਆਉਂਦੀ ਹੈ। ਬਹੁਤ ਸਾਰੀਆਂ ਪ੍ਰੋਬਲਮ ਨੇ, ਬਹੁਤ ਸਾਰੇ ਐਕਸਪਰਟ ਡਾਕਟਰ ਨੇ ਜਿਨ੍ਹਾਂ ਕੋਲ ਅਸੀਂ ਜਾਂਦੇ ਹਾਂ। ਤੇ ਹੁਣ ਇੱਕ ਜਿਹੜੀ ਪ੍ਰੋਬਲਮ ਹੈ ਜਿਹਦੇ ਬਾਰੇ ਅੱਜ ਅਸੀਂ ਡਿਸਕਸ ਕਰਨਾ ਹੈ ਕਿ ਜਿਹੜੇ ਬਾਂਝਪਣ ਹੈ ਉਹਦਾ ਰੇਟ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ। ਪਿਛਲੇ ਸਾਲਾਂ ਦੇ ਮੁਕਾਬਲੇ ਇਹ ਸਮੱਸਿਆ ਬਹੁਤ ਜ਼ਿਆਦਾ ਵੱਧ ਰਹੀ ਹੈ। ਕਾਰਨ ਕੀ ਹੈ, ਰੀਜ਼ਨ ਕੀ ਹੈ, ਕਿਸ ਤਰ੍ਹਾਂ ਇਸ ਨੂੰ ਰੋਕਿਆ ਜਾ ਸਕਦਾ ਹੈ, ਇਹਦੇ ਸਿੰਪਟਮ ਕੀ ਨੇ, ਕਿਵੇਂ ਇੱਕ ਜਿਹੜਾ ਜੋੜਾ ਉਹ ਜੱਜ ਕਰੇ ਕਿ ਉਹ ਇਸ ਸਮੱਸਿਆ ਤੋਂ ਗ੍ਰਸਤ ਹੈ, ਇਸ ਸਭ ਬਾਰੇ ਗੱਲ ਕਰਾਂਗੇ। ਸਾਡੇ ਨਾਲ ਬਹੁਤ ਹੀ ਯੰਗ ਡਾਕਟਰ ਜਿਨ੍ਹਾਂ ਨੇ ਸਿਰਫ 29 ਸਾਲ ਦੀ ਏਜ ਦੇ ਵਿੱਚ ਰੀਸੈਂਟਲੀ ਆਪਣੀ ਸਟੱਡੀ ਕੰਪਲੀਟ ਕੀਤੀ ਹੈ, ਹੁਣ ਪ੍ਰੈਕਟਿਸ ਵੀ ਸ਼ੁਰੂ ਕਰ ਦਿੱਤੀ ਹੈ, ਡਾਕਟਰ ਸਿਧਾਰਥ ਸੋਫਤ। ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਡਾਕਟਰ ਸਿਧਾਰਥ, ਤੁਹਾਡਾ ਸਵਾਗਤ ਹੈ ਨਿਰਪੱਖ ਪੋਸਟ ਤੇ। ਸਤਿ ਸ਼੍ਰੀ ਅਕਾਲ ਡਾਕਟਰ ਸਿਧਾਰਥ। ਜਿਸ ਤਰ੍ਹਾਂ ਕਿ ਤੁਹਾਡੀ ਏਜ ਅਜੇ ਬੜੀ ਘੱਟ ਹੈ, ਤੁਸੀਂ ਰੀਸੈਂਟਲੀ ਆਪਣੀ ਸਟੱਡੀ ਕੰਪਲੀਟ ਕੀਤੀ ਹੈ ਤੇ ਹੁਣ ਤੁਸੀਂ ਜਿਹੜੀ ਪ੍ਰੈਕਟਿਸ ਵੀ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਤਾਂ ਸਟੂਡੈਂਟ ਲਾਈਫ ਅਲੱਗ ਤਰ੍ਹਾਂ ਦੀ ਹੁੰਦੀ ਹੈ, ਹੁਣ ਤੁਹਾਡੇ 'ਤੇ ਇੱਕ ਰਿਸਪੌਂਸਿਬਿਲਿਟੀ ਵੀ ਹੈ। ਕਿਵੇਂ ਲੱਗਦਾ ਤੁਹਾਨੂੰ? ਜੀ ਕਾਫੀ ਫਰਕ ਹੁੰਦਾ ਹੈਗਾ। ਸਟੂਡੈਂਟ ਲਾਈਫ ਦੇ ਵਿੱਚ ਸਿਰਫ ਸਟ੍ਰੈਸ ਹੁੰਦਾ ਹੈਗਾ ਕਿ ਓਕੇ ਐਗਜ਼ਾਮ ਦੇ ਵਿੱਚ ਪਾਸ ਹੋਣਾ ਹੈਗਾ, ਚੰਗੇ ਨੰਬਰ ਲਾਣੇ ਹੈਗੇ। ਹਜੇ ਸਾਡਾ ਰੀਅਲ ਟੈਸਟ ਹਜੇ ਸਟਾਰਟ ਹੋਇਆ ਹੈਗਾ ਤੇ ਹਰ ਪੇਸ਼ੈਂਟ ਦਾ ਸਕਸੈਸ ਕਰਨਾ ਹੈਗਾ, ਉਹ ਜ਼ਿਆਦਾ ਪ੍ਰੈਸ਼ਰ ਹੈਗਾ। ਡਾਕਟਰ ਸਿਧਾਰਥ, ਜਿਵੇਂ ਹੁਣ ਤੁਹਾਡੇ 'ਤੇ ਇੱਕ ਰਿਸਪੌਂਸਿਬਿਲਿਟੀ ਹੈ, ਤੁਸੀਂ ਕਿਹੜੀਆਂ ਰਿਸਪੌਂਸਿਬਿਲਿਟੀਜ਼ ਹਸਪੀਟਲ ਦੇ ਵਿੱਚ ਦੇਖਦੇ ਹੋ? ਹਾਂਜੀ ਮੈਮ, ਸਭ ਤੋਂ ਵੱਡੀ ਰਿਸਪੌਂਸਿਬਿਲਿਟੀ ਹੁੰਦੀ ਹੈ ਕਿ ਜੋ ਵੀ ਪੇਸ਼ੈਂਟ ਆਇਆ ਹੈਗਾ ਉਹਦਾ ਠੀਕ ਇਲਾਜ ਹੋਵੇ। ਤੇ ਮੈਂ ਇੱਕ ਇਨਫਰਟੀਲਿਟੀ ਦਾ ਡਾਕਟਰ ਹੂੰ ਤੇ ਮੈਂ ਆਪਣੀ ਮਦਰ ਦੇ ਨਾਲ ਕੰਮ ਕਰ ਰਹਾ ਹੂੰ। 30 ਸਾਲਾਂ ਤੋਂ ਇਨਫਰਟੀਲਿਟੀ ਦਾ ਇਲਾਜ ਕਰ ਰਹੇ ਹਾਂ ਤੇ ਮੈਂ ਉਹਨਾਂ ਨੂੰ ਹਜੇ ਜੁਆਇਨ ਕੀਤਾ ਹੈਗਾ। ਤੇ ਸਭ ਤੋਂ ਪਹਿਲਾਂ ਮੇਰਾ ਰਿਸਪੌਂਸਿਬਿਲਿਟੀ ਰਹਿੰਦੀ ਹੈਗੀ ਕਿ ਜੋ ਕਪਲ ਆਇਆ ਹੈਗਾ ਸਾਡੇ ਕੋਲ, ਉਹਨਾਂ ਨੂੰ ਸਭ ਤੋਂ ਪਹਿਲਾਂ ਉਹਨਾਂ ਦਾ ਕਾਰਨ ਪਤਾ ਚੱਲੇ ਕਿ ਕਿਉਂ ਬੱਚਾ ਨਹੀਂ ਹੋ ਰਿਹਾ। ਇਹ ਸਭ ਤੋਂ ਵੱਡਾ ਰੀਜ਼ਨ ਹੈਗਾ। ਜਿੰਨੇ ਵੀ 90% ਪੇਸ਼ੈਂਟਸ ਆਉਂਦੇ ਆ ਸਾਡੇ ਕੋਲ, ਉਹਨਾਂ ਨੂੰ ਆਹ ਹੀ ਨਹੀਂ ਪਤਾ ਹੁੰਦਾ ਕਿ ਕਿ ਕਿਸ ਕਾਰਨ ਬੱਚਾ ਨਹੀਂ ਹੋ ਰਿਹਾ। ਉਹ ਦਵਾਈਆਂ ਲਈ ਜਾ ਰਹੇ ਨੇ, ਟ੍ਰੀਟਮੈਂਟ ਕਰੀ ਜਾ ਰਹੇ ਨੇ, ਬਟ ਜਦੋਂ ਤੱਕ ਕਾਰਨ ਨਹੀਂ ਪਤਾ ਚੱਲੂਗਾ ਤਾਂ ਸਹੀ ਇਲਾਜ ਕਿੰਜ ਹੋਵੇਗਾ। ਰੀਜ਼ਨ ਕਿਹੜੇ ਹੋ सकते हैं? देखिए मैम, रीज़न दोनों कपल में होते हैं, हस्बैंड में भी होते हैं, वाइफ में भी होते हैं। हस्बैंड में स्पर्म क्वालिटी काफ़ी मैटर करती है एंड वाइफ में अंडा बनने की क्वालिटी, एग क्वालिटी हो गया, देन ट्यूब बंद हो गई, कोई इन्फेक्शन हो गई जिसके कारण ट्यूब बंद हो गई, देन यूट्रस में रसौलियाँ हो गई जो लाइनिंग को ख़राब कर रही हैं। ये सारे कॉमन कारण हो सकते हैं। PCOD हो गई, एंडोमेट्रियोसिस हो गई। ओके, ਫਿਰ ਇਹ ਸਾਰੇ ਜਿਹੜੇ ਤੁਸੀਂ ਰੀਜ਼ਨ ਦੱਸੇ ਨੇ, ਫਿਰ ਇੱਕ ਟੈਸਟ ਸਭ ਤੋਂ ਪਹਿਲਾਂ ਉਹਨਾਂ ਦੇ ਕੀਤੇ ਜਾਂਦੇ, ਕਿਸ ਤਰ੍ਹਾਂ ਉਹ ਮੈਮ? ਟੈਸਟਾਂ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਹੁੰਦਾ ਹੈਗਾ ਪੇਸ਼ੈਂਟ ਦੀ ਹਿਸਟਰੀ ਲੈਣਾ। ਆਦਿ ਚੀਜ਼ਾਂ ਤਾਂ ਹਿਸਟਰੀ ਦੱਸ ਦਿੰਦੀ ਹੈਗੀ ਸਾਨੂੰ। ਠੀਕ ਹੈ, ਕਈ ਪੇਸ਼ੈਂਟ ਆਉਂਦੇ ਹੈ ਸਾਡੇ ਕੋਲ ਸ਼ਾਦੀ ਨੂੰ 5 ਸਾਲ ਹੋ ਗਏ, ਉਹ IVF ਕਰਾਉਣਾ ਚਾਹੁੰਦੇ। ਜਦੋਂ ਆਪਾਂ ਹਿਸਟਰੀ ਲੈਂਦੇ ਨੇ, ਉਹ ਇਕੱਠੇ ਸਿਰਫ 3-4 ਮਹੀਨੇ ਤੋਂ ਰਹਿ ਰਹੇ ਨੇ। ਉਸ ਤੋਂ ਪਹਿਲਾਂ ਹਸਬੈਂਡ ਬਾਹਰ ਸੀ ਤੇ ਵਾਈਫ ਇੱਥੇ ਸੀ। ਆਹ ਇੱਕ ਸਹੀ ਇੰਡੀਕੇਸ਼ਨ ਨਹੀਂ ਹੈਗਾ IVF ਦਾ, ਤੇ ਉਹਨਾਂ ਨੂੰ ਪ੍ਰੋਪਰ ਗਾਈਡ ਕਰਨਾ ਚਾਹੀਦਾ ਹੈਗਾ।
ਆ ਚੀਜ਼ ਨਹੀਂ ਹੈਗੀ ਕਿ ਜੇ ਬੱਚਾ ਨਹੀਂ ਹੋ ਰਿਹਾ ਤਾਂ ਸਿੱਧਾ ਹੀ IVF ਕਰ ਦਿਓ। ਉਹਨਾਂ ਨੂੰ ਪਹਿਲੇ ਮਤਲਬ ਸਟੈਪ ਬਾਏ ਸਟੈਪ ਲੈ ਕੇ ਜਾਣਾ ਚਾਹੀਦਾ ਹੈਗਾ। ਆ ਸਭ ਤੋਂ Okay. ਵੱਡੀ ਗੱਲ ਹੈਗੀ। ਤੇ ਸਭ ਤੋਂ ਪਹਿਲਾਂ ਹਿਸਟਰੀ ਲੈਣੀ ਬਹੁਤ ਜ਼ਰੂਰੀ ਹੈਗੀ। ਓਕੇ ਉਸ ਤੋਂ ਬਾਅਦ ਆਪਾਂ ਟੈਸਟ ਕਰਦੇ ਨੇ ਮੇਲ ਹਸਬੈਂਡ ਦੇ ਤੇ ਵਾਈਫ ਦੇ, ਠੀਕ ਹੈ। ਤੇ ਉਦੋਂ ਬਾਅਦ ਆਪਾਂ ਸਭ ਤੋਂ ਪਹਿਲਾਂ ਨੁਕਸ ਲੱਭਦੇ ਨੇ। ਓਕੇ ਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਡਾਇਰੈਕਟਲੀ ਨਹੀਂ ਸੁਜੈਸਟ ਕਰਨਾ ਚਾਹੀਦਾ ਕਿ IVF ਕਰਾ ਲਓ, ਕੀ ਮੈਡੀਸਿਨਸ ਨਾਲ ਵੀ ਇਹ ਪ੍ਰੋਬਲਮ ਕਿਸੇ ਹੱਦ तक ठीक की जा सकती है? मैडम डिपेंड करता है कि कॉज क्या है। Okay. सबसे पहले Okay. अगर किसी लेडी की जैसे ट्यूबें बंद है, इसमें 2 ही ऑप्शन है, या तो सर्जरी तो ट्यूबा खोल लवा आपा, या Okay. ਫਿਰ IVF ਕਰਾਂ। ਇਹਦੇ ਵਿੱਚ ਕੋਈ ਤੀਜਾ ਜ਼ਰੀਆ ਨਹੀਂ ਹੈਗਾ ਬੱਚਾ ਕਰਨ ਦਾ। ਦਵਾਈਆਂ ਦੇ ਨਾਲ ਜੇ ਤੁਹਾਡੀ ਟਿਊਬਾ ਬੰਦ ਹੈ ਤੇ ਨਹੀਂ ਹੋਊਗਾ ਬੱਚਾ। ਤੇ ਹਰ ਚੀਜ਼ ਹਰ ਨੁਕਸ ਦਾ ਇਲਾਜ ਡਿਫਰੈਂਟ ਹੁੰਦਾ ਹੈਗਾ। ਓਕੇ ਸਕਸੈਸ ਰੇਟ ਕਿੰਨਾ ਕੁ ਰਹਿੰਦਾ ਇਹਦਾ? ਸਕਸੈਸ ਰੇਟ IVF ਦਾ ਜੀ ਆਪਾਂ ਗੱਲ ਕਰੇ ਐਡਵਾਂਸਡ IVF ਦਾ ਤਾਂ 50 ਤੋਂ 70% ਰਹਿੰਦਾ ਹੈਗਾ। ਓਕੇ IVF ਔਰ ਐਡਵਾਂਸ IVF ਕੀ डिफरेंस ਰਹਿੰਦਾ ਦੋਨੋਂ ਦੇ ਵਿੱਚ? ਹਾਂਜੀ ਦੇਖੀ ਜੀ IVF ਜੇ ਐਡਵਾਂਸ IVF में ਸਭ ਤੋਂ ਵੱਡਾ ਡਿਫਰੈਂਸ ਸਕਸੈਸ ਰੇਟ ਦਾ ਰਹਿੰਦਾ ਹੈਗਾ। ਓਕੇ IVF ਇੱਕ ਕਾਮਨ ਪ੍ਰੋਸੀਜਰ ਹੈਗਾ ਅਤੇ ਕਈ ਪੇਸ਼ੈਂਟ ਆਉਂਦੇ ਹੈ ਸਾਡੇ ਕੋਲ ਜਿਨ੍ਹਾਂ ਦੇ ਫੋਰ ਐਗਜ਼ਾਮਪਲ ਨਿਲ ਸਪਰਮਸ ਹੁੰਦੇ ਹੈਗੇ, ਉਹਨਾਂ ਦਾ IVF ਨਹੀਂ ਕਰ ਸਕਦੇ ਆਪਾਂ। ਉਹਨਾਂ ਦਾ ਆਪਾਂ ਟੀਸਾ ਵਿਦ ਇਕਸੀ ਕਰਨਾ ਪੈਂਦਾ ਹੈਗਾ। ਇੱਕ ਸਪਰਮ ਉਹਨਾਂ ਦੀ ਟੈਸਟਿਸ ਤੋਂ ਲੈ ਕੇ ਇੱਕ ਦੇ ਨਾਲ ਮਿਲਾਉਣਾ ਪੈਂਦਾ ਹੈਗਾ। ਤੇ ਆਹ ਸਾਰੀ ਚੀਜ਼ਾਂ ਐਡਵਾਂਸ IVF ਹੈ। ਹੋਰ ਬਹੁਤ ਚੀਜ਼ਾਂ ਨੇ, ਲੇਜ਼ਰ ਹੈਚਿੰਗ, ਜੇ ਵਾਈਫ ਦੀ ਏਜ ਜ਼ਿਆਦਾ ਹੈਗੀ ਤੇ ਉਹਨਾਂ ਦੀ ਜੋ ਭਰੂਣ ਬੰਦਾ ਹੈਗਾ ਉਹਦਾ ਜੋ ਛਿਲਕਾ ਕਹਿ ਲਓ, ਸ਼ੈਲ ਕਹਿ ਲਓ, ਉਹ ਥਿਕ ਹੁੰਦਾ ਹੈਗਾ ਜ਼ੋਨਾ ਪੈਲੂਸਿਡਾ, ਤੋ ਉਹ ਆਪਾਂ ਲੇਜ਼ਰ ਦੇ ਨਾਲ ਹੈਚ ਕਰ ਦਿੰਦੇ ਨੇ। ਆਹ ਸਾਰੀ ਚੀਜ਼ਾਂ ਐਡਵਾਂਸ IVF ਨੇ। ਓਕੇ ਜਿਵੇਂ ਪੇਸ਼ੈਂਟ ਤੁਹਾਡੇ ਕੋਲ ਆਉਂਦੇ ਆ, ਉਹ ਆ ਕੇ ਇਹ ਕਹਿੰਦੇ ਨੇ ਕਿ ਅਸੀਂ IVF ਹੀ ਕਰਾਉਣਾ, ਜਾਂ ਉਹਨਾਂ ਨੂੰ ਪਤਾ ਹੁੰਦਾ ਜਾਂ ਫਿਰ ਤੁਹਾਨੂੰ ਗਾਈਡ ਕਰਨਾ ਪੈਂਦਾ ਜਿਹੜੀ ਐਡਵਾਂਸ IVF ਹੈ ਉਹਦੇ ਬਾਰੇ? ਹਾਂਜੀ ਮੈਮ, ਮੈਨੂੰ 7 ਮਹੀਨੇ ਹੋ ਗਏ। ਮੇਰੇ ਮਦਰ ਕਹਿੰਦੇ ਸੀ ਕਿ ਪਹਿਲੇ ਉਹ ਲੋਕਾਂ ਨੂੰ ਦੱਸਦੇ ਸੀ ਕਿ IVF ਕਰਾਣੇ ਤੇ ਪੇਸ਼ੈਂਟ ਭੱਜ ਜਾਂਦੇ ਸੀ ਕਿ ਉਹ IVF ਟਿਊਬ ਦੇ ਬੱਚਾ ਨਹੀਂ ਚਾਹੀਏ। ਪਰ ਜਦੋਂ ਤੋਂ ਮੈਂ ਆਇਆ ਹਾਂ ਮੈਂ ਦੇਖਦਾ ਕਿ ਆਪਾਂ ਕਹਿੰਦੇ ਨੇ ਕਿ ਹਜੇ ਤੁਹਾਨੂੰ 1 ਸਾਲ ਹੋਇਆ ਹੈਗਾ ਸ਼ਾਦੀ ਦਾ, ਤੁਸੀਂ ਨੈਚੁਰਲ ਟਰਾਈ ਕਰ ਲਿਓ। ਉਹ ਕਹਿੰਦੇ ਨੇ ਕਿ ਨਹੀਂ ਸਾਨੂੰ IVF ਹੀ ਚਾਹੀਦਾ ਹੈਗਾ। ਤੇ ਬਹੁਤ ਫਰਕ ਆ ਗਿਆ ਹੈ ਅੱਜ ਕੱਲ੍ਹ। ਇੱਕ ਨਾ ਜਿਸ ਤਰ੍ਹਾਂ ਕਿ ਕਾਫੀ ਸਾਰੇ ਡਾਊਟਸ ਹੁੰਦੇ ਨੇ ਲੋਕਾਂ ਨੂੰ ਇਹਦੇ ਬਾਰੇ। ਇੱਕ ਜਿਸ ਤਰ੍ਹਾਂ ਕਿ ਮੈਂ ਜਦੋਂ ਸਟੱਡੀ ਕਰ ਰਹੀ ਸੀ ਉਦੋਂ ਮੈਂ ਜਾਣੇ ਕਿ ਬਹੁਤ ਸਾਰੇ ਲੋਕਾਂ ਦੇ ਵਿਊਜ਼ ਸੀਗੇ ਕਿ ਪੇਨਫੁਲ ਬਹੁਤ ਹੁੰਦਾ IVF। ਹੈ ਕੁਛ ਇਦਾਂ ਦਾ? ਬਿਲਕੁਲ ਪੇਨਫੁਲ ਨਹੀਂ ਹੈਗਾ IVF। IVF ਤੇ ਨਾਰਮਲ ਪ੍ਰੈਗਨੈਂਸੀ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਮਤਲਬ ਇਟਸ ਦ ਸੇਮ ਥਿੰਗ। ਜੇ ਆਪਾਂ ਗੱਲ ਕਰੀਏ ਤੇ IVF ਦੇ ਵਿੱਚ ਐਕਸਟਰਾ ਹਾਰਮੋਨਸ ਲੱਗਦੇ ਨੇ, ਉਹ ਇੰਜੈਕਸ਼ਨਸ ਹੁੰਦੇ ਨੇ। ਇੰਜੈਕਸ਼ਨਸ ਦੀ ਸੂਈ ਬਹੁਤ ਪਤਲੀ ਹੁੰਦੀ ਹੈਗੀ। ਥੋੜਾ ਜਿਹਾ ਦਰਦ ਤਾਂ ਜ਼ਰੂਰ ਹੁੰਦਾ ਹੈਗਾ, ਬਟ ਇੰਜ ਨਹੀਂ ਕਿ ਤੁਸੀਂ ਅਗਲੇ ਦਿਨ ਕੰਮ ਨਹੀਂ ਕਰ ਸਕਦੇ ਜੀ, ਤੁਹਾਨੂੰ ਸ਼ਾਮ ਨੂੰ ਦਰਦ ਹੋਵੇਗਾ। ਇੱਕ ਇੰਜੈਕਸ਼ਨ ਲਾਉਣ ਦਾ ਜਿੰਨਾ ਦਰਦ ਹੁੰਦਾ ਹੈਗਾ ਉਨਾ ਹੀ ਦਰਦ ਇੱਕ ਨਾਰਮਲ IVF ਦੇ ਵਿੱਚ ਹੁੰਦਾ ਹੈਗਾ। ਓਕੇ ਕਿੰਨੀ ਏਜ ਤੱਕ ਕਰਵਾਇਆ ਜਾ ਸਕਦਾ IVF, ਜਾਂ ਜੋ ਵੀ ਤੁਸੀਂ ਲੇਟੈਸਟ ਟੈਕਨੀਕ ਬਾਰੇ ਦੱਸਿਆ ਕਿੰਨੀ ਏਜ ਤੱਕ ਕੋਈ ਵੀ ਕਰਵਾ ਸਕਦਾ ਹੈ? ਹਾਂਜੀ ਮੈਮ, ਰੀਸੈਂਟਲੀ ਲਾਅ ਆਇਆ ਹੈਗਾ 2022 ਦੇ ਵਿੱਚ। ਉਹਦੇ ਹਿਸਾਬ ਇੱਕ ਲੇਡੀ ਦੀ ਏਜ ਜਦੋਂ 50 ਸਾਲ ਦੀ ਹੋ ਤੇ ਹਸਬੈਂਡ ਦੀ 55 ਇਅਰਸ, ਇਹ ਤੋਂ ਘੱਟ ਹੀ IVF ਕਰਵਾ ਸਕਦੀ ਹੈ। ਅਗਰ ਇਸ ਤੋਂ ਜ਼ਿਆਦਾ ਏਜ ਹੋ ਜਾਂਦੀ ਹੈ ਤਾਂ ਫਿਰ IVF ਨਹੀਂ ਕਰਾ ਸਕਦੇ। ਨਹੀਂ ਜੀ। ਓਕੇ ਕਿਸੇ ਵੀ ਪੇਸ਼ੈਂਟ ਦੀ ਜਿਹੜੀ ਹੈਲਥ ਹੈ, ਜਿਵੇਂ ਪਹਿਲਾਂ ਤੁਸੀਂ ਕਿਹਾ ਸੀ ਕਿ ਬਹੁਤ ਸਾਰੇ ਰੀਜ਼ਨ ਹੁੰਦੇ, ਪੇਸ਼ੈਂਟ ਨੂੰ ਪਤਾ ਹੀ ਨਹੀਂ ਹੁੰਦਾ। ਜਦੋਂ IVF ਤੁਸੀਂ ਸ਼ੁਰੂ ਕਰ ਦਿੰਦੇ ਹੋ, ਕਿਹੜੀਆਂ ਗੱਲਾਂ ਮੈਟਰ ਕਰਦੀਆਂ ਨੇ? ਸਭ ਤੋਂ ਪਹਿਲਾਂ ਜੀ ਮੋਸਟ ਇੰਪੋਰਟੈਂਟ ਪੇਸ਼ੈਂਟ ਦੀ ਏਜ ਮੈਟਰ ਕਰਦੀ ਹੈਗੀ, ਸਪੈਸ਼ਲੀ ਲੇਡੀਜ਼ ਦੀ ਏਜ। ਇੱਕ ਕੁਆਲਿਟੀ ਏਜ ਤੇ ਬਹੁਤ ਹੀ ਜ਼ਿਆਦਾ ਡਿਪੈਂਡੈਂਟ ਹੈਗੀ। ਆਪਾਂ ਬਾਹਰੋਂ ਹਾਰਮੋਨ ਦੇਂਗੇ, ਠੀਕ ਹੈ, ਆਪਾਂ ਪੂਰਾ ਜ਼ੋਰ ਲਾ ਦਾਂਗੇ, ਬਟ ਸਭ ਤੋਂ ਜ਼ਿਆਦਾ ਸਕਸੈਸ ਦੇ ਲਈ ਏਜ ਬਹੁਤ ਵੱਡਾ ਫੈਕਟਰ ਹੈਗਾ। ਤੇ ਉਦੋਂ ਬਾਅਦ ਪੇਸ਼ੈਂਟ ਦਾ ਲਾਈਫ ਸਟਾਈਲ, ਨੈਚੁਰਲ ਹੈਬਿਟਸ, ਆਹ ਸਾਰੀ ਗੱਲਾਂ ਵੀ ਬਹੁਤ ਇੰਪੋਰਟੈਂਟ ਜੀ। ਜਿਸ ਤਰ੍ਹਾਂ ਕਿ ਮੈਂ ਮੈਮ ਨਾਲ ਵੀ ਗੱਲ ਕਰ ਰਹੀ ਸੀ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਸਟ੍ਰੈਸ ਇੱਕ ਵੱਡਾ ਕਾਜ਼ ਹੈ ਇਹਦਾ। ਸਟ੍ਰੈਸ ਮੈਨੇਜਮੈਂਟ ਕਿੱਦਾਂ ਕੀਤੀ ਜਾ ਸਕਦੀ ਹੈ? ਕਿਉਂਕਿ ਅੱਜ ਕੱਲ੍ਹ ਸਿਰਫ ਆਪਾਂ ਬਾਂਝਪਨ ਦੀ ਗੱਲ ਨਾ ਕਰੀਏ, ਹੋਰ ਬਹੁਤ ਸਾਰੀਆਂ ਪ੍ਰੋਬਲਮ ਹੈ ਜਿਹੜੀਆਂ ਸਟ੍ਰੈਸ ਕਰਕੇ ਹੁੰਦੀਆਂ, ਤਾਂ ਕਿਸ ਤਰ੍ਹਾਂ ਮੈਨੇਜ ਕਰਨਾ ਚਾਹੀਦਾ ਐਜ਼ ਅ ਡਾਕਟਰ? ਤੁਹਾਡੀ ਕੀ ਐਡਵਾਈਸ ਹੈ? ਹਾਂਜੀ ਮੈਮ, ਸਟ੍ਰੈਸ ਨੂੰ ਮੈਨੇਜ ਕਰਨ ਦਾ ਮੈਂ ਤਾਂ ਮਤਲਬ ਜੋ ਤੁਹਾਨੂੰ ਚੰਗਾ ਲੱਗਦਾ ਹੈ ਉਹ ਕਰੋ। ਕਈ ਲੋਕਾਂ ਨੂੰ ਕਿਤਾਬ ਪੜ੍ਹਨਾ ਚੰਗਾ ਲੱਗਦਾ ਹੈਗਾ, ਕਈ ਲੋਕਾਂ ਨੂੰ ਕ੍ਰਿਕਟ ਖੇਲਣਾ ਅੱਛਾ ਲੱਗਦਾ ਹੈਗਾ, ਫੁੱਟਬਾਲ ਖੇਲਣਾ ਅੱਛਾ ਲੱਗਦਾ ਹੈਗਾ। ਤੇ ਕੋਈ ਵੀ ਇੱਕ ਨੈਚੁਰਲ ਹੌਬੀ ਜੋ ਹੈਗੀ ਤੁਹਾਡੀ, ਪੇਂਟਿੰਗ ਹੋ ਗਈ, ਡਰਾਇੰਗ ਹੋ ਗਈ, ਉਹ ਚੀਜ਼ ਤੁਸੀਂ ਵੀਕਐਂਡ ਦੇ ਉੱਤੇ ਕਰ ਲਿਓ। ਤੇ ਕੰਮ ਤੋਂ ਆ ਕੇ ਥੋੜਾ ਜਿਹਾ ਜਿਮ ਕਰ ਲਿਓ, ਉਹਦੇ ਨਾਲ ਨੈਚੁਰਲ ਐਂਡੋਰਫਿਨਸ ਰਿਲੀਜ਼ ਹੁੰਦੇ ਨੇ, ਮਤਲਬ ਬੰਦੇ ਨੂੰ ਖੁਸ਼ੀ ਲੱਗਦੀ ਹੈਗੀ। ਤੇ ਥੋੜੀ ਜਿਹੀ ਕਸਰਤ ਤੇ ਆ ਸਭੀ।
ਡਾਕਟਰ ਸਿਧਾਰਥ, ਜਿਸ ਤਰ੍ਹਾਂ ਕਿ ਤੁਹਾਡਾ ਟਾਈਮ ਤਾਂ ਬਹੁਤ ਬਿਜ਼ੀ ਹੁੰਦਾ ਹੋਏਗਾ, ਨੋ ਡਾਊਟ, ਹੈ ਨਾ? ਤੁਸੀਂ ਆਪਣੇ ਆਪ ਨੂੰ ਰਿਲੈਕਸ ਕਿਵੇਂ ਕਰਦੇ ਹੋ? अगर हम मेरी बात करें, मैं वीकेंड्स पे कभी कभी फुटबॉल खेल लेंदा हैगा, ਓਕੇ। घर आके प्ले स्टेशन खेल लेंदा हैगा, जस्ट नॉर्मल टाइम पास। ਓਕੇ, ਮਤਲਬ ਫਿਰ ਤੁਹਾਨੂੰ ਥੋੜਾ ਰਿਲੈਕਸ ਫੀਲ ਹੁੰਦਾ? हाँ जी। ਓਕੇ। ਡਾਕਟਰ ਸਿਧਾਰਥ, ਤੁਸੀਂ ਹੋਰ ਕੀ, ਤੁਹਾਡਾ ਡ੍ਰੀਮ ਕੀ ਹੈ? ਜਿਵੇਂ ਤੁਸੀਂ ਇਸ ਫੀਲਡ ਦੇ ਵਿੱਚ ਆ ਗਏ ਹੋ, ਲੇਟੈਸਟ ਆਈਵੀਐਫ ਟੈਕਨੀਕਸ ਵੀ ਆ ਗਈਆਂ, ਤੁਹਾਡੇ ਮਾਈਂਡ 'ਚ ਕੀ ਕੋਈ ਹੋਰ ਕਿ ਇਸ ਤਰ੍ਹਾਂ ਦੀ ਰਿਸਰਚ ਹੋਣੀ ਚਾਹੀਦੀ ਹੈ? ਕੀ ਹੋਣਾ ਚਾਹੀਦਾ ਹੋਰ ਇਹਦੇ ਵਿੱਚ? एडवांसमेंट की आनियाँ चाहिए ने? मैम IVF देखिए, अगर हम बात करें सक्सेस रेट जितना मर्जी अच्छा इंटरनेशनल स्टैंडर्ड भी हो, 50 to 70% हो, मैं एज अ इनफर्टिलिटी डॉक्टर यही चाहूँगा कि जितनी भी लेटेस्ट टेक्निक्स है हम इस सक्सेस रेट को और ऊपर लेके जाए। जब हमने आज से 20 से 30 साल पहले शुरू किया था तब सक्सेस रेट 20 से 30% होता था, जी। अब वो 50 से 70 आ गया। तो मैं यही चाहूँगा कि कल को जब तक नई जनरेशन आए, सक्सेस रेट 100% या 80 to 90% हो जाए। ਕਿੰਨੀ ਡੈਡੀਕੇਸ਼ਨ ਨਾਲ ਕੰਮ ਕਰਦੇ ਹੋ ਤੁਸੀਂ? डेडिकेशन बहुत ज़्यादा है, बट मेरे को सबसे ज़्यादा ज़रूरी है, मेरे को अच्छा लगता है मैं जो करता हूँ। जब पेशेंट्स की ब्लेसिंग्स मिलती हैं तो ਬਿਲਕੁਲ हाँ जी। ਜੀ। ਹੋਰ ਕੀ ਕਹਿਣਾ ਚਾਹੁੰਦੇ ਹੋ ਆਈਵੀਐਫ ਬਾਰੇ? ਕੋਈ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਆਡੀਅנס ਨੂੰ? हाँ जी, तो सब तो ਵੱਡਾ ਮੈਸੇਜ ਮੈਂ ਇਹ ਦੇਣਾ ਚਾਹਾਂਗਾ ਕਿ ਕਿਸੇ ਨੂੰ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਹੈਗਾ। ਜੇ ਇੱਕ ਵਾਰੀ ਬੱਚਾ ਨਹੀਂ ਹੋਇਆ, ਕਈ ਸਾਲਾਂ ਤੋਂ ਬੱਚਾ ਨਹੀਂ ਹੋਇਆ, ਨਿਰਾਸ਼ ਹੋਣ ਦੀ ਗੱਲ ਨਹੀਂ ਹੈਗੀ। ਕਿਸੇ ਚੰਗੇ ਡਾਕਟਰ ਤੇ ਜਾਓ, ਕਿਸੇ ਐਕਸਪੀਰੀਅੰਸ ਡਾਕਟਰ ਦੇ ਕੋਲ ਜਾਓ। ਤੇ ਇੱਕ ਹੋਰ ਚੀਜ਼ ਹੈਗੀ, ਕਿਸੇ ਨੂੰ ਟਾਈਮ ਨਹੀਂ ਵੇਸਟ ਕਰਨਾ ਚਾਹੀਦਾ ਹੈਗਾ, ਬਿਲਕੁਲ। ਕਿਉਂਕਿ ਟਾਈਮ ਬਹੁਤ ਪ੍ਰੈਸ਼ੀਅਸ ਹੈਗਾ। ਤੇ ਟਾਈਮ ਨਾ ਵੇਸਟ ਕਰੋ, ਜਲਦੀ ਛੇਤੀ ਤੋਂ ਛੇਤੀ ਇਲਾਜ ਕਰਾਓ। एंड दूसरी गल, अपना लाइफस्टाइल एज अ नेचुरल, मतलब बांझपन के कारण नहीं, नेचुरली अपना लाइफस्टाइल इंप्रूव करना चाहिए। जो आजकल स्ट्रेस हो गए उसको दूर करने के लिए जी। मेडिटेशन, कोई फिजिकल एक्टिविटी करनी चाहिए, एक नॉर्मल वेट मेंटेन करना चाहिए। ਜੀ ਬਿਲਕੁਲ ਡਾਕਟਰ ਸਿਧਾਰਥ, ਤੁਸੀਂ ਬਹੁਤ ਸਹੀ ਕਿਹਾ ਕਿ ਰਾਈਟ ਟਾਈਮ ਤੇ ਰਾਈਟ ਡਿਸੀਜਨ ਲੈਣਾ ਚਾਹੀਦਾ ਹੈ। ਔਰ ਸਾਡੇ ਨਾਲ ਡਾਕਟਰ ਸਿਧਾਰਥ ਜੁੜੇ ਸੀ ਜਿਨ੍ਹਾਂ ਨੇ ਆਈਵੀਐਫ ਬਾਰੇ, ਕਿਉਂਕਿ ਯੰਗ ਡਾਕਟਰ ਨੇ, ਹੁਣ ਤੱਕ ਦੇ ਸਿਰਫ 29 ਸਾਲ ਏਜ ਆ, ਪਰ ਬਹੁਤ ਅੱਛਾ ਐਕਸਪੀਰੀਅੰਸ ਉਹਨਾਂ ਕੋਲੇ ਹੈ, ਬੜੀ ਡੈਡੀਕੇਸ਼ਨ ਨਾਲ ਕੰਮ ਕਰ ਰਹੇ ਨੇ। ਡਿਟੇਲ ਦੇ ਵਿੱਚ ਉਹਨਾਂ ਨੇ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕੀਤੀ ਆ। ਡਾਕਟਰ ਸਿਧਾਰਥ, ਥੈਂਕਸ ਅ ਲੋਟ। थैंक यू मैम।